इस चैनल को सब्सक्राइब करें और बेल आइकन दबाना ना भूलें। D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं अमृतसर की भगतांवाला मंडी में। सबसे बड़ी मंडी है ये अमृतसर की। आप देख सकते हैं हर तरफ धान की जो है ढेरियां लगी हुई हैं। किसान बच्चों की तरह अपनी इस फसल को पालता है और उसे उम्मीद होती है जब ये फसल पक जाती है तो अब उसकी जो गरीबी है उसकी दूर होगी, उसके अच्छे दिन आएंगे। लेकिन एक दिन पहले सरकार का फरमान आ जाता है, अब हम 1 तारीख से इसकी खरीद शुरू नहीं करेंगे, खरीद को 10 दिन बाद शुरू की जाएगी। ये कहा जाता है, उसका ये तर्क दिया जाता है कि इसमें धान में नमी की मात्रा बहुत ज़्यादा है। अब वो किसान, जिन किसानों ने ट्रॉली उधार पर ली और सामान उधार पर लिया, कर्ज लेकर इसको अपनी फसल को बोया, आखिरकार वो किसान जाए तो जाए कहाँ? क्या केंद्र सरकार किसानों की कमर इसलिए तोड़ना चाहती है क्योंकि किसान जो हैं तीनों कृषि कानूनों को रद्द करवाने के लिए लगातार केंद्र की सीमाओं पर बैठे हुए हैं और केंद्र सरकार ने एक दिन पहले ये फैसला लिया। आखिरकार ये फैसला क्यों लिया गया? पंजाब के नेता सो क्यों रहे हैं? क्या कोई नेता यहाँ पर किसानों की सार लेने के लिए आया? हमारे साथ यहाँ पर कई किसान मौजूद हैं, इनसे बात करते हैं। की नाम भाजी ਤੁਹਾਡਾ? ਬਲਬੀਰ ਸਿੰਘ ਜੀ। ਕਿਹੜੇ ਪਿੰਡੋਂ? ਅਸੀਂ ਪਿੰਡ ਤੂਰ ਤੋਂ ਹਾਂ। ਤੇ ਤੁਸੀਂ ਝੋਨਾ ਲੈ ਕੇ ਆਏ ਤੇ ਕੀ ਉਮੀਦ? ਜਦੋਂ ਖੁਦ ਝੋਨਾ ਬੀਜਦਾ ਹੈ ਕਿਸਾਨ, ਉਹਨੂੰ ਪੁੱਤਾਂ ਵਾਂਗੂ ਬੱਚਾ ਆਪਣੇ ਪੁੱਤਾਂ ਵਾਂਗੂ ਪਾਲਦਾ ਫਸਲ ਨੂੰ, ਵੀ ਉਹਨੂੰ ਉਮੀਦ ਹੁੰਦੀ ਹੈ ਕਿ ਹੁਣ ਮੈਨੂੰ ਪੈਸੇ ਮਿਲਣਗੇ 6 ਮਹੀਨਿਆਂ ਬਾਅਦ ਤੇ ਮੈਂ ਆਪਣੀ ਕੋਈ ਗਰੀਬੀ ਦੂਰ ਕਰੂੰਗਾ। ਤੇ ਤੁਹਾਨੂੰ ਤੁਹਾਡੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ? ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਅਸੀਂ ਜਦੋਂ ਲਾਉਂਦੇ ਹਾਂ ਇੰਨੀ ਗਰਮੀ ਦੇ ਵਿੱਚ ਵੀ ਅਸੀਂ ਲਗਾਤਾਰ ਮਿਹਨਤ ਕਰਦੇ ਹਾਂ, ਪਰ ਜਦੋਂ ਅਸੀਂ ਮੰਡੀ ਲੈ ਕੇ ਆਉਂਦੇ ਹਾਂ 1960 ਰੁਪਏ ਰੇਟ ਜਿਹੜਾ ਫਿਕਸ ਕੀਤਾ, ਸਾਨੂੰ 1500 ਵੀ ਪੂਰਾ ਜਾਇਜ਼ ਨਹੀਂ ਮਿਲਿਆ। ਫਸਲ ਤਿਆਰ ਆ, ਹੁਣ ਅਸੀਂ ਵੱਢੀਏ ਨਾ ਤੇ ਜਾਈਏ ਕਿੱਧਰ? ਜੇ 1509 ਲਗਾ ਰੱਖੀ ਹੈ ਤੇ ਇਹਦਾ ਵੀ ਭਾਅ 3000 ਵੀ ਨਹੀਂ ਦੇ ਰਹੇ, ਇੱਧਰ ਵੀ ਸਾਨੂੰ ਘਾਟਾ ਜਾ ਰਿਹਾ ਤੇ ਉਧਰ ਵੀ ਘਾਟਾ ਜਾ ਰਿਹਾ। ਦੱਸੋ ਤਾਂ ਜਾਈਏ ਤਾਂ ਜਾਈਏ ਕਿੱਧਰ? ਮਤਲਬ ਇੱਕ ਤੁਹਾਨੂੰ ਜਿਹੜਾ ਫਿਕਸ ਸਰਕਾਰ ਨੇ MSP ਕੀਤਾ 1960 ਆ, ਪਰ ਤੁਹਾਨੂੰ ਇੱਥੇ ਜਿਹੜੀਆਂ ਪ੍ਰਾਈਵੇਟ ਖਰੀਦ ਹੋ ਰਹੀ ਉਹ 1500 ਰੁਪਏ ਭਾਅ ਦੇ ਰਹੇ? 1500 ਵੀ ਪੂਰਾ ਨਹੀਂ ਦੇ ਰਿਹਾ, ਕਹਿੰਦੇ ਵੀ ਅਜੇ ਵੀ ਨਵੀਂ ਹੈ। ਅਜੇ ਵੀ ਨਵੀਂ? ਅਜੇ ਵੀ ਨਵੀਂ ਬੋਲ ਰਿਹਾ ਜੀ। ਪਰ ਦੇਖੀਏ ਜੇ ਨਵੀਂ ਆ ਤੇ ਉਹ ਨਵੀਂ ਵਾਲਾ ਛੱਡਦੇ, ਜਿਹੜਾ ਸੁੱਕਾ ਝੋਨਾ ਉਹ ਤਾਂ ਖਰੀਦੇ। ਸੁੱਕਾ ਦੇਖਣ ਨੂੰ ਸੁੱਕਾ ਨਵੀਂ ਕਹਿ ਕੇ ਚਲੇ ਜਾਂਦੇ ਆ। ਬਿਲਕੁਲ ਤਿਆਰ ਹੈ, ਵਧੀਆ, ਤੁਹਾਡੇ ਸਾਹਮਣੇ ਢੇਰੀ ਲੱਗੀ ਪਈ ਹੈ, ਬਿਲਕੁਲ ਤਿਆਰ ਹੈ। ਜਿਹੜੇ ਪ੍ਰਾਈਵੇਟ ਬੰਦੇ ਆ ਕੌਣ ਨੇ? ਉਹ ਮੈਨੂੰ ਨਾਂ ਨਹੀਂ ਯਾਦ ਹੈਗੇ ਜੀ। ਤੁਸੀਂ ਕਿਹੜਾ ਤੁਹਾਡਾ ਪਿੰਡ ਹੈ? ਆਪਣਾ ਪਿੰਡ ਪਿੰਡੀ। ਤੁਸੀਂ ਹਰ ਵਾਰ ਸਾਲ ਦੇਖੋ ਕਿਸਾਨ ਲੈ ਕੇ ਆਂਦਾ, ਦੇਖੋ ਬਹੁਤ ਜਿਹੜੇ ਦੇਖੋ ਕਿਹਾ ਜਾਂਦਾ ਵੀ ਜਿਹੜੇ 85% ਜਿਹੜੇ ਕਿਸਾਨ ਨੇ ਉਹ ਤਾਂ ਬੜੇ ਛੋਟੇ ਕਿਸਾਨ ਹੈ, ਜਿਨ੍ਹਾਂ ਕੋਲ 2-2 3-3 4-4 ਕਿੱਲੇ ਪੈਲੀ ਆ, ਤੇ ਉਹ ਤਾਂ ਵਿਚਾਰਾ ਸੰਦ ਵੀ ਧਾਰੇ ਮੰਗਦਾ ਫਾਰਮਰ, ਤੇ ਉਹ ਕਿੱਥੇ ਜਾਊਗਾ? ਇਹੀ ਆ ਵੀ ਹੁਣ ਲੁੱਟ ਹੋ ਰਹੀ ਆ, ਪ੍ਰਾਈਵੇਟ ਲੁੱਟ ਹੋਣ ਡਈ। ਸਰਕਾਰੀ ਜਿੰਨਾ ਚਿਰ ਨੂੰ ਹੋਣੀ, ਮਤਲਬ ਉਹਨਾਂ ਚਿਰ ਨੂੰ ਤੇ ਇਹਨਾਂ ਨੇ ਘਰਾਂ ਨੇ ਰੱਜ ਲੈਣਾ, ਛੋਟਿਆਂ ਨੇ, ਵੱਡਿਆਂ ਨੇ ਬਾਅਦ ਵਿੱਚ ਆਉਣਾ ਤੇ ਉਦੋਂ ਤੇ ਮਤਲਬ ਖਤਮ ਹੋ ਜਾਣਾ ਕੰਮ। ਨਿੱਕਿਆਂ ਨੇ ਉਹਨਾਂ ਚਿਰ ਆਪਣਾ ਘਰ ਭਰਨ ਵਾਸਤੇ ਉਹਨਾਂ ਨੇ ਬ੍ਰੇਕ ਲਗਾਤੀ ਆ ਵੀ ਇਹ ਖਰੀਦ ਲੈਣ ਤੇ ਬਾਅਦ ਵਿੱਚ ਦੂਜਾ ਕੰਮ ਕੋਈ ਸ਼ੁਰੂ ਮਤਲਬ ਇਹ ਤੁਹਾਨੂੰ ਕੀ ਲੱਗਦਾ ਜਿਹੜੀ ਸੈਂਟਰ ਗਵਰਨਮੈਂਟ ਨੇ ਇੱਕ ਸੋਚੀ ਸਾਜ਼ਿਸ਼ ਦੇ ਤਹਿਤ ਕੀਤਾ? ਸਾਜ਼ਿਸ਼ ਕੀਤਾ ਜੀ, ਮਤਲਬ ਤਾਂ ਕਿ ਵੀ ਆਪਣੇ ਮਜਬੂਰ ਹੋ ਕੇ, ਕਿਉਂਕਿ ਕਿਸਾਨ ਕੋ ਤਾਂ ਇਹਨਾਂ ਸਮਝ ਨਹੀਂਗਾ ਵੀ ਆਪਣੀਆਂ ਇਹਨੂੰ ਰੱਖ ਦੇ ਸਕਦੇ ਨਹੀਂ ਆਪਾਂ। ਹੁਣ ਇੱਥੇ ਸ਼ਹਿਰੋਂ ਲੈ ਕੇ ਆ ਗਏ, ਕੋਈ ਘੱਟ ਤੋਂ ਘੱਟ 50 ਕਿਲੋਮੀਟਰ ਚੱਲ ਕੇ ਆਏ ਆ, ਹੁਣ ਇਹਨੂੰ ਵਾਪਸ ਖੜਨ ਨੂੰ ਤੇ ਰਹੇ ਅਸੀਂ 4350 ਕਿਰਾਇਆ ਹੈ, ਇੱਥੇ ਲੈ ਕੇ ਆਵਾਂਗੇ, ਵਾਪਸ ਲੱਦ ਕੇ ਕੌਣ ਖੜੂਗਾ? ਸਵੇਰੇ ਲਾ ਕੇ ਚੱਲ ਗਿਆ ਵਾਪਸ ਜਿਹੜਾ ਛੱਡਣ ਆਇਆ। ਹੁਣ ਨਹੀਂ ਲਿਆ ਕਿਸੇ ਨੇ ਸਸਤਾ ਲਊਗਾ, ਦੇ ਜਾਣਾ ਜਿਸ ਤਰ੍ਹਾਂ ਦਿੱਤਾ। ਮਤਲਬ ਮਜਬੂਰੀ 'ਚ ਮਜਬੂਰੀ 'ਚ ਜੋ ਤੁਹਾਨੂੰ ਭਾਅ ਮਿਲਿਆ ਉਹ ਤੁਸੀਂ ਭਾਅ ਵੇਚ ਕੇ ਚੱਲ ਜਾਣਾ। 1300 ਨੂੰ ਵੀ ਗਿਆ, 1400 ਨੂੰ, ਜਿੰਨੇ ਨੂੰ ਉਹਨਾਂ ਲੈਣਾ ਉਹਨਾਂ ਅਸੀਂ ਤਾਂ ਲਾ ਕੇ ਖਲੋਣਾ ਹੈ। ਅਸੀਂ ਤਾਂ ਵੇਖਣਾ ਹੀ ਕੀ ਦਿੰਦੇ ਸਾਨੂੰ, ਜੇ ਜੋ ਦੇ ਤਾਂ ਸਾਨੂੰ 7 ਬਚਣ। ਮਤਲਬ ਤੁਸੀਂ ਤਾਂ ਮਜਬੂਰ ਹੋ? ਮਜਬੂਰ ਆ। ਮਤਲਬ ਇਹ ਤੁਹਾਡੇ ਦੇਖੋ 13-14 ਮਤਲਬ ਵੇਚ ਸਕਦੇ ਇਹਨੂੰ ਵੀ ਅਸੀਂ ਇਹ ਰੇਟ ਤੇ ਦੇਣਾ, ਜੋ ਦੇਣਗੇ ਉਹ ਲੈਣਾ। ਜਿਵੇਂ ਸਰਕਾਰ ਕਹਿੰਦੀ ਵੀ ਅਸੀਂ ਪ੍ਰਾਈਵੇਟ ਮੰਡੀਆਂ ਲਿਆ ਰਹੇ ਹਾਂ, ਜਿੱਥੇ ਮਰਜ਼ੀ ਕਿਸਾਨ ਵੇਚੇ, ਇੱਥੇ ਤਾਂ ਵੇਖਣ ਡਿਆ ਮੈਂ ਕਿਸਾਨ ਰੋਲਣ ਡਏ ਆ ਤੇ ਖਰੀਦਣ ਵਾਲਾ ਕੋਈ ਵੀ नहीं है। नहीं बहुत दिक्कत आ रही है। हाँ जी, ये देखिए इनकी आप तकलीफ़ समझ सकते हैं, इनके चेहरे से देखिए इनकी जो झलक रही है सारी तकलीफ़ें। इनका कहना है कि आखिर किसान जाए तो जाए कहाँ? नेता क्या कर रहे हैं? एक दिन पहले हमारे मुख्यमंत्री चरणजीत सिंह चन्नी प्रधानमंत्री नरेंद्र मोदी से मिलते हैं, उन्हें शॉल दिया जाता है, गोल्डन टेम्पल का मॉडल दिया जाता है और ये कहा जाता है कि हमने केंद्र प्रधानमंत्री से बात की है, वो बात सुनेंगे। लेकिन क्या उन्हें लगता है कि वो बात सुनेंगे? क्या ऐसा क्यों नहीं हुआ कि तमाम नेता वहाँ पर दिल्ली में जाकर बैठ जाते और कहते
कि किसान मर रहा है, लगातार किसान मर रहा है। कोई कर्ज लेकर अपनी फसल को पालता है, बेचने आया है तो उसको मुश्किल आ रही है। थोड़ा और कुछ कहना है? ਬਸ ਅਸੀਂ ਤਾਂ ਆਪਣੇ ਹੱਕ ਰਸੀ ਮੰਗਦੇ ਹਾਂ ਕਿ ਸਾਨੂੰ 1960 ਤੋਂ ਲੈ ਕੇ 1500 ਵੀ ਨਹੀਂ ਪੂਰਾ ਮਿਲ ਰਿਹਾ। ਸਾਡੇ ਨਾਲ ਬਹੁਤ ਸਰਾਸਰ ਧੱਕਾ ਹੋ ਰਿਹਾ, ਕਿਉਂਕਿ ਇਹਨਾਂ 'ਤੇ ਖਰਚਾ ਵੀ ਬਹੁਤ ਆਏ ਨੇ, ਖਾਦਾਂ ਬਹੁਤ ਮਹਿੰਗੀਆਂ, ਦਵਾਈਆਂ ਬਹੁਤ ਮਹਿੰਗੀਆਂ, ਮਿਹਨਤ ਵੀ ਦਿਨ ਰਾਤ ਬਹੁਤ ਲਗਾਤਾਰ ਕੀਤੀ ਹੈ, ਪਰ ਸਾਡੇ ਪੱਲੇ ਕੁਝ ਨਹੀਂ ਪੈ ਰਿਹਾ, ਅਸੀਂ ਘੱਟ ਜਾ ਰਹੇ ਹਾਂ। ਮਤਲਬ 1 ਕੁਇੰਟਲ ਤੇ ਅਸੀਂ ਕਹ ਲਈਏ ਤੇ ਖਰਚਾ ਕਿੰਨਾ ਆ ਜਾਂਦਾ ਜਿਹੜਾ ਤੁਹਾਨੂੰ 1500 ਮਿਲ ਰਿਹਾ? ਸਾਡਾ ਕਾਫੀ ਖਰਚਾ ਆ ਜਾਂਦਾ ਇਸ, ਪਤਾ ਨਹੀਂ ਦਵਾਈਆਂ ਕਿੰਨੀਆਂ ਕੁ ਮਹਿੰਗੀਆਂ, ਸਹੀ ਸਾਰਾ ਹਿਸਾਬ ਨਹੀਂ ਲਾਇਆ। 460 ਰੁਪਏ ਤੇ ਸਾਨੂੰ ਸਰਕਾਰੀ ਮੁੱਲ ਦੇ ਵਿੱਚ ਹੀ ਘਾਟਾ ਪੈ ਗਿਆ, ਤੇ ਬਾਕੀ ਦਵਾਈਆਂ ਤੋਂ ਪਾ ਕੇ ਕੁੱਲ ਮਿਲਾ ਕੇ ਲੇਬਰ ਸਮੇਤ ਸਾਰਾ ਸਾਡਾ ਬਹੁਤ ਨੁਕਸਾਨ ਹੋ ਰਿਹਾ। ਕੀ ਨਾਮ ਹੈ ਭਾਜੀ ਤੁਹਾਡਾ? ਜਸਵੰਤ ਸਿੰਘ ਜੀ। ਜਸਵੰਤ ਜੀ, ਜਿਵੇਂ ਦੇਖੋ ਤੁਸੀਂ ਲਾਏ ਫਸਲ ਲਾਏ ਇੱਥੇ, ਹੁਣ ਕਹਿਤਾ ਗਿਆ ਵੀ ਆਪਾਂ 10 ਦਿਨ ਬਾਅਦ ਖਰੀਦ ਕਰਾਂਗੇ ਇਹਦੀ, ਤੇ ਇਹਦਾ ਕਿੰਨਾ ਕੁ ਨੁਕਸਾਨ ਆ? ਸਰ ਜੀ ਬਹੁਤ ਨੁਕਸਾਨ ਹੈਗਾ ਹੈ, ਕਿਉਂਕਿ ਅੱਜ ਬਾਰਿਸ਼ ਹੋਈ, ਅੱਜ ਹੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈਗਾ। ਇਸ ਤੋਂ ਬਾਅਦ ਕਿਤੇ ਪਿੰਡ 'ਚ ਫਸਲਾਂ ਲੱਗੀਆਂ ਹੈਗੀਆਂ ਉਹ ਡਿੱਗੀਆਂ, ਉਹ ਖਰਾਬ ਹੋ ਗਈਆਂ ਨੇ, ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈਗਾ ਜੀ। ਮਤਲਬ ਇੰਨੀ ਜੇ ਫੈਸਲਾ ਲੈਣਾ ਸੀ ਇਹਨਾਂ ਨੇ ਵੀ 10 ਦਿਨ ਬਾਅਦ ਖਰੀਦ ਕਰਨੀ ਆ, ਤੇ ਫਾਰਮਰ ਤੇ ਪਹਿਲੋਂ ਤਰੀਕ ਜਿਹੜਾ ਪਹੁੰਚ ਜਾਂਦਾ 30 ਤਰੀਕ ਨੂੰ ਇੱਥੇ ਆ ਕੇ ਹੋਣੀ ਆਪਣੀ ਫਸਲ ਆ ਕੇ, ਵੀ ਉਹਨੂੰ ਚਾਹ ਹੁੰਦਾ ਵੀ ਮੇਰੀ ਫਸਲ ਜਿਹੜੀ ਆ ਸਵੇਰ ਤੋਂ ਖਰੀਦੀ ਜਾਣੀ ਹੈ। ਹਾਂਜੀ, ਇਹਦੇ ਬਾਰੇ ਗੌਰਮੈਂਟ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਇਹ 10 ਦਿਨ ਬਾਅਦ ਜਾਵਾਂਗੇ, 10 ਦਿਨ ਫਸਲ ਕਿੱਥੇ ਦੀ ਕਿੱਥੇ ਜਾਏਗੀ। ਇਹ ਇੱਕ ਅੱਧੀ ਬਾਰਿਸ਼ ਹੋ ਗਈ ਤੇ ਹੋਰ ਜ਼ਿਆਦਾ ਨੁਕਸਾਨ ਹੋਏਗਾ ਲੋਕਾਂ ਦਾ ਜੀ। ਮਤਲਬ ਕੁੱਲ ਮਿਲਾ ਕੇ ਜਿਹੜਾ ਫਾਰਮਰ ਪਿਸ ਰਿਹਾ, ਦੇਖੋ ਪਹਿਲੇ ਖਾਦਾਂ ਬੁੱਤਾਂ ਵਾਂਗੂ ਫਸਲ ਨੂੰ ਪਾਲਦਾ, ਫਿਰ ਫਸਲ ਜਿਹੜੀ ਉਹਨੂੰ ਵੇਚਣ ਲੱਗਿਆ ਵੀ ਖਾਸੀ ਜਿਹੜੀ ਆ ਮਿਹਨਤ ਕਰਨੀ ਪੈਂਦੀ ਹੈ। ਹਾਂਜੀ ਬਿਲਕੁਲ ਜੀ, ਅਸੀਂ ਬੱਚਿਆਂ ਨੂੰ ਫਸਲਾਂ ਨੂੰ ਪਾਲਦੇ ਹਾਂ, ਤੇ ਇੱਕ ਫਸਲ ਦੇ ਸਾਰੇ 6 ਮਹੀਨੇ ਤੱਕ ਵੇਟ ਕਰਨੀ ਪੈਂਦੀ ਹੈ ਕਿ ਫਸਲ ਪੱਕੇਗੀ, ਕਦੋਂ ਅਸੀਂ ਫਸਲ ਆਪਣੀ ਲੈ ਕੇ ਖੇਤੀ ਆ ਕੇ ਮੰਡੀ ਵੇਚਾਂਗੇ। ਮੰਡੀ ਜਾਂਦੇ ਆ ਜੀ, ਮੰਡੀ ਜਾ ਕੇ ਨਾ ਤੇ ਸਰਕਾਰ ਚੁੱਕਦੀ ਹੈਗੀ ਇਹਨੂੰ ਟਾਈਮ ਨਾਲ, ਤੇ ਨਾ ਕਿਸਾਨਾਂ ਨੂੰ ਸਹੀ ਰੇਟ ਮਿਲਦੇ ਹੈਗੇ ਇਹਨਾਂ ਦੇ। ਉਦਾਂ ਤੇ ਲੀਡਰ ਸਾਰੇ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਪਰ ਕਿਸਾਨਾਂ ਦੇ ਨਾਲ ਵੇਖਿਆ ਜਾਂਦਾ, ਮੈਂ ਤਾਂ ਇੱਥੇ ਵੇਖਿਆ ਗਿਆ ਕੋਈ ਵੀ ਨਹੀਂ ਆ। ਸਾਰਾ ਜੀ ਬੋਲਣ ਦੀਆਂ ਗੱਲਾਂ ਹੈਗੀਆਂ ਜੀ, ਸਰਕਾਰ ਕੋਈ ਨਾ ਕਿਸਾਨਾਂ ਦੇ ਨਾਲ ਜੇ। ਕਿਸਾਨ ਅੱਜ ਵੀ ਪੀਸਣ ਦੇ, ਪਹਿਲਾਂ ਹੀ ਪੀਸਦੇ, ਮੈਨੂੰ ਲੱਗਦਾ ਹੈ ਅੱਗੇ ਵੀ ਇਸ ਤਰ੍ਹਾਂ ਹੀ ਪੀਸਦੇ ਰਹਿਣਗੇ। ਦੇਖੋ ਛੋਟਾ ਕਿਸਾਨ ਤੁਹਾਨੂੰ ਲੱਗਦਾ ਵੀ ਇਸੇ ਕਰਕੇ ਵੀ ਇਹ ਜਿਹੜੀਆਂ ਨੀਤੀਆਂ ਇਹਦੇ ਕਰਕੇ, ਮਾਰੂ ਨੀਤੀਆਂ ਕਰਕੇ ਹੀ ਆਤਮ ਹੱਤਿਆ ਕਰਨ ਤੋਂ ਮਜਬੂਰ ਆ? ਬਿਲਕੁਲ ਜੀ, ਕਿਸਾਨ ਦਾ ਤੁਹਾਨੂੰ ਪਤਾ ਹੈ ਕਿ ਕਰਜ਼ੇ ਲੈ ਕੇ ਫਸਲਾਂ ਪਾਲੀਆਂ ਗਈਆਂ, ਬਰਸਾਤਾਂ ਹੋ ਜਾਂਦੀਆਂ, ਫਸਲਾਂ ਖਰਾਬ ਹੋ ਗਈਆਂ, ਤੇ ਜੋ ਕਿਸਾਨ ਕਰੇਗਾ ਕਿ ਲਾਸਟ ਦੇ ਵਿੱਚ ਆਤਮ ਹੱਤਿਆ ਕਰਨ ਵਾਸਤੇ ਉਹਦੇ ਇੱਕ ਰਸਤਾ ਬਚਦਾ, ਤੇ ਕਿਸਾਨ ਆਤਮ ਹੱਤਿਆ ਕਰ ਦਿੰਦੇ। ਇੱਕ ਜੇ ਫਾਰਮਰ ਜਿਹੜੇ ਬੱਚੇ ਹੁਣ ਇਸੇ ਕਰਕੇ ਤੋਂ ਮੂੰਹ ਮੋੜਨ ਦਾ ਵੀ ਖੇਤੀ 'ਚ ਬਚ ਨਹੀਂ ਕੁਛ ਰਿਹਾ, ਕੀ ਕਰੇ? ਤੇ ਬੰਦਾ ਫਾਰਮਰ ਕਰੇ ਤੇ ਕਰੇ ਕੀ? ਸਭ ਤੋਂ ਵੱਡਾ ਕਾਰਨ ਇਹ ਹੈ ਜੀ, ਅੱਜ ਕੱਲ੍ਹ ਕੋਈ ਬਚਤ ਨਹੀਂ ਹੈਗੀ ਖੇਤੀ ਦੇ ਵਿੱਚ। ਬੱਚੇ ਇਸੇ ਕਰਕੇ ਸਾਡੇ ਵਿਦੇਸ਼ਾਂ ਨੂੰ ਭੱਜ ਜਾਂਦੇ ਆ ਕਿ ਖੇਤੀ ਛੱਡ ਕੇ ਸਾਰੇ ਅਸੀਂ ਵਿਦੇਸ਼ਾਂ ਜਾ ਕੇ ਬੈਠ ਜਾਈਏ, ਇੱਥੇ ਕੋਈ ਫਾਇਦਾ ਨਹੀਂ ਹੈਗਾ। ਸਾਡੇ ਖੁਦ ਬੱਚੇ ਆ ਜਿਹੜੇ ਹੁਣ ਕਹਿੰਦੇ ਨਹੀਂ ਅਸੀਂ ਇੱਥੇ ਖੇਤੀ ਨਹੀਂ ਕਰਨੀ, ਅਸੀਂ ਜਾ ਕੇ ਵਿਦੇਸ਼ਾਂ ਦੇ ਵਿੱਚ ਰਹਿਣਾ ਜੀ। ਸਰਕਾਰਾਂ ਨੂੰ ਕੁਛ ਸੋਚਣਾ ਚਾਹੀਦਾ ਫਸਲਾਂ ਨੂੰ ਬਚਾਉਣ ਵਾਸਤੇ। ਬਿਲਕੁਲ ਜੀ ਬਿਲਕੁਲ, ਇਹ ਵੱਡੇ ਤੋਂ ਵੱਡਾ ਸਟੈਪ ਲੈਣਾ ਚਾਹੀਦਾ ਸਰਕਾਰ ਨੂੰ ਕੋਈ ਨਾ ਕੋਈ। ਕੀ ਨਾਮ ਭਾਜੀ ਤੁਹਾਡਾ? ਅਮਰਤਪਾਲ ਸਿੰਘ। ਕਿਹੜੇ ਪਿੰਡੋਂ ਆਏ ਹੋ? ਮਲਕਪੁਰ ਤੋਂ। ਦੇਖੋ ਕਿੱਦਣ ਆ ਗਏ ਤੁਸੀਂ ਆਪਣੀ ਫਸਲ ਇੱਥੇ ਲੈ ਕੇ? ਅਸੀਂ ਕੱਲ੍ਹ ਦੇ ਆਏ ਹਾਂ। ਤੇ ਹੁਣ ਤਾਂ ਕੋਈ ਖਰੀਦ ਤਾਂ ਹੋ ਨਹੀਂ ਰਹੀ? ਹਾਂਜੀ ਨਹੀਂ ਹੋਈ ਆ, ਪਰਮਲ ਉੱਦਾਂ ਪਈ ਮੇਰੀ, ਉੱਦਾਂ ਪਈ। ਤੇ ਜੇ ਮੀਂਹ ਆ ਗਿਆ ਮੰਨ ਲਓ, ਹੁਣ ਦੇਖੋ 10 ਦਿਨ ਬਾਅਦ ਖਰੀਦ ਹੋਣੀ ਹੈ। ਜੇ ਪਹਿਲੇ ਕਹਿੰਦੀ ਸਰਕਾਰ ਨਮੀ ਜ਼ਿਆਦਾ ਹੈ, 17% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ, ਤੇ ਮੀਂਹ ਆ ਗਿਆ ਤੇ ਸਾਰੀ ਝੋਨਾ ਤੇ ਗਿੱਲਾ ਹੋ ਜਾਣਾ ਤੁਹਾਡਾ। ਇਹ ਦੀ ਗੱਲ ਸਾਨੂੰ ਮਾਰ ਪੈਂਦੀ ਆ ਨਾ ਸਰਕਾਰਾਂ ਸਾਥ ਦਿੰਦੀਆਂ ਵਾ ਸਾਡਾ, ਨਾ ਰੱਬ ਸਾਥ ਦਿੰਦਾ ਵਾ। ਮੀਂਹ ਆ ਜਾਂਦਾ ਵਾ, ਫਸਲਾਂ ਖਰਾਬ ਹੋ ਜਾਂਦੀਆਂ ਵਾ, ਕੋਈ ਹੱਲ ਨਹੀਂ ਹੈਗਾ, ਕਿਸਾਨ ਮਰੇ ਪਏ ਆ। ਕੀ ਨਾਮ ਤੁਹਾਡਾ? ਬਲਵੰਤ ਸਿੰਘ। ਕਿਹੜੇ ਪਿੰਡੋਂ ਆਏ ਹੋ? ਜੱਲ। ਤੇ ਝੋਨਾ ਲੈ ਕੇ ਆਏ ਹੋ ਉੱਥੇ ਪਿੰਡ 'ਚ? ਹਾਂ। ਤੇ ਹੁਣ ਖਰੀਦ ਤੇ ਹੋਣੀ ਰਹੀ? ਖਰੀਦ ਕਿੱਥੇ ਹੋਣ ਰਹੀ, ਸਵੇਰ ਤੇ ਬੈਠੇ, ਖਰੀਦ ਕਿੱਥੇ ਹੋਣ ਰਹੀ ਆ। ਪਾਉਂਦੇ ਇੱਕ ਨੂੰ ਹੋਣੀ ਤੇ ਇੱਕ ਨੂੰ ਵੀ ਛੱਡ ਕੇ ਯਾਰਾਂ ਨੂੰ ਪਾਤੀ ਆ। ਤੇ ਹੁਣ ਤੁਸੀਂ 10 ਦਿਨ ਇੱਥੇ ਬੈਠੇ ਰਹੋਗੇ? ਕੀ ਪਤਾ ਜੇ ਬਹਿਣਾ ਪੈਣਾ ਕਿ 10 ਦਿਨ ਇੱਥੇ ਹੀ ਆ। ਕਿੰਨੀ ਜ਼ਮੀਨ ਹੈ ਤੁਹਾਡੀ? ਜ਼ਮੀਨ ਹੈਗੇ 10-12 ਕਿੱਲੇ। ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੁੰਦਾ ਫਿਰ? ਸਾਰਾ ਵੇਖਦਾ ਸਵੇਰ ਦੇ ਮੀਂਹ 'ਚ ਬੈਠੇ ਇੱਥੇ ਬੈਠੇ ਰਹਿ, ਸਵੇਰ ਦਾ ਕੋਈ ਆਉਣ ਨਹੀਂ ਡਿਆ, ਕੋਈ ਆਉਂਦੇ ਖਰੀਦਣ ਦੇ 11 ਤਰੀਕ ਨੂੰ ਖਰੀਦਣਾ। ਤੇ ਤੁਹਾਨੂੰ ਜਿਵੇਂ ਕਹਿੰਦੇ ਕਈ ਪ੍ਰਾਈਵੇਟ ਬੰਦੇ ਆ ਰਹੇ ਆ ਖਰੀਦ ਰਹੇ ਵੀ 1500 ਰੁਪਏ ਭਾਅ, ਕੋਈ ਵੀ ਨਹੀਂ ਆਉਣ ਡਿਆ ਅਜੇ ਸਵੇਰ ਦਾ ਬੈਠੇ, ਸਵੇਰ ਦਾ ਕੋਈ ਵੀ ਨਹੀਂ ਇੱਥੇ ਪੁੱਲ ਲਿਆ। ਕੀ ਨਾਮ ਤੁਹਾਡਾ? ਮੇਰਾ ਨਾਮ ਹਰਪਿੰਦਰ ਸਿੰਘ ਹੈ ਜੀ। ਪਿੰਡੋਂ ਫਸਲ ਲੈ ਕੇ ਆਏ ਹੋ? ਹਾਂਜੀ ਫਸਲ ਲੈ ਕੇ ਆਏ ਜੀ। ਤੇ ਸਵੇਰ ਦੇ ਅਸੀਂ ਆਏ, ਪਹਿਲਾਂ ਤਾਂ ਮੀਂਹ 'ਚ ਪਰੇਸ਼ਾਨ ਹੋਏ ਆਪਾਂ, ਸਵੇਰੇ ਬਰਸਾਤ ਨੇ ਤੰਗ ਕੀਤਾ, ਉਤੋਂ ਸਰਕਾਰਾਂ ਤੰਗ ਕਰ ਰਹੀਆਂ। 1 ਤਰੀਕ ਨੂੰ ਸਰਕਾਰੀ ਖਰੀਦ ਹੁੰਦੀ ਹੈ ਜੀ, ਉਹ 11 ਤਰੀਕ ਕਰਤੀ ਆ ਜੀ। ਹੁਣ ਦੇਖੋ ਅੱਜ ਮੀਂਹ ਪੈ ਗਿਆ, ਜਿਹੜੀ ਇਹਦੀ ਖੇਤਾਂ 'ਚ ਫਸਲ ਆ ਉਹ ਵੀ ਬਰਬਾਦ ਹੋ ਗਈ ਆ, ਇੱਥੇ ਜਿਹੜੀ ਫਸਲ ਆ ਉਹ ਵੀ ਭਿੱਜੀ ਪਈ ਆ। ਉੱਤੋਂ ਜਿਹੜੇ ਖਰੀਦਦਾਰ ਆ ਪ੍ਰਾਈਵੇਟ ਆਉਂਦੇ ਪਏ ਆ, 100 ਨਖਰੇ ਕਰਦੇ ਆ, ਮੋਇਸਚਰ ਆ, ਇਹ ਹੈ ਜੀ ਉਹ ਹੈ। ਅਸੀਂ ਤਾਂ ਜੀ ਮਿਨੀਮਮ ਪ੍ਰਾਈਸ ਮੰਗਦੇ ਪਏ ਆ। MSP ਦਾ ਮਤਲਬ ਹੁੰਦਾ ਮਿਨੀਮਮ ਸਪੋਰਟ ਪ੍ਰਾਈਸ ਹੈ, ਕਿ ਘੱਟ ਤੋਂ ਘੱਟ। ਅਸੀਂ ਵੱਧ ਨਹੀਂ ਮੰਗ ਰਹੇ, ਸਾਨੂੰ ਵੱਧ ਮੁੱਲ ਦਿਓ। ਮਤਲਬ 1960 ਰੁਪਏ ਜਿਹੜੇ ਪ੍ਰਾਈਵੇਟ ਬੰਦੇ ਆਉਂਦੇ ਉਹ ਤੇ ਆ ਨਹੀਂ ਰਹੇ? ਉਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ ਕਿ 1960 ਵੀ ਨਹੀਂ ਮਿਲ ਰਿਹਾ ਜੀ, MSP ਨਹੀਂ ਮਿਲ ਰਿਹਾ। ਇੱਕ ਪਕੌੜੇ ਲਾਉਂਦਾ, ਇੱਕ ਕੁਲਚਾ ਲਾਉਂਦਾ, ਤੇ ਚਾਹ ਵਾਲਾ ਜੇ ਕਿ ਵੇਚ ਰਿਹਾ ਨਾ, ਤਾਂ ਉਹਨੇ ਆਪਣਾ ਰੇਟ ਖੁਦ ਡਿਸਾਈਡ ਕੀਤਾ ਹੈ ਕਿ ਮੈਂ 5 ਦਾ ਕੱਪ ਵੇਚਣਾ, 10 ਦਾ ਕੱਪ ਵੇਚਣਾ। ਠੀਕ ਹੈ ਜੀ। ਤੇ ਸਾਨੂੰ ਅਸੀਂ ਇੱਥੇ ਮੰਗਦਿਆਂ ਨੂੰ ਝੋਲੀ ਲੈ ਕੇ ਬੈਠੇ ਹੋਏ ਆ ਜੀ, ਕੋਈ ਆਊਗਾ ਖੈਰ ਪਾਊਗਾ ਜੀ। ਆਹ ਸਾਡੇ ਕਿਸਾਨ ਦਾ ਹਾਲ ਕੀਤਾ। ਸਾਡੀ ਦੇਸ਼ ਦੀ ਟੋਟਲ ਇਕਨੋਮੀ ਜਿਹੜੀ ਆ ਐਗਰੀਕਲਚਰ ਤੇ ਡਿਪੈਂਡ ਕਰਦੀ ਆ। ਪੰਜਾਬ ਦੀ ਖਾਸ ਕਰਕੇ ਸਾਰੀ ਇਕਨੋਮੀ
ਐਗਰੀਕਲਚਰ ਦੇ ਉੱਤੇ ਆ ਤੇ ਐਗਰੀਕਲਚਰ ਦਾ ਜੋ ਬੁਰਾ ਹਾਲ ਹੋ ਗਿਆ ਨਾ ਜੀ, ਬੇੜਾ ਗਰਕਿਆ, ਪੰਜਾਬ ਖਤਮ ਹੋ ਰਿਹਾ ਬਿਲਕੁਲ। ਤੁਹਾਨੂੰ ਕੀ ਲੱਗਦਾ, ਦੇਖੋ ਜੀ ਸਰਕਾਰ ਨੇ ਜਿਹੜਾ ਸੈਂਟਰ ਗਵਰਨਮੈਂਟ ਨੇ ਇਹਨੂੰ ਇਸ ਕਰਕੇ ਕੀਤਾ ਕਿਉਂਕਿ ਉਹਨੂੰ ਲੱਗਦਾ ਵੀ ਫਾਰਮਰ ਪਿਛਲੇ ਪੰਜਾਬ ਦਾ ਫਾਰਮਰ ਦਿੱਲੀ ਦੀ ਬਾਰਡਰ ਤੇ ਬੈਠਾ ਤੇ ਕਿਸਾਨ ਦਾ ਲੱਕ ਤੋੜਾਂਗੇ, ਉੱਥੋਂ ਕਈ ਕਿਸਾਨ ਆਏ ਹੋਣੇ ਆ, ਆਪਣੀ ਫਸਲ ਸੰਭਾਲਾਂਗੇ ਵੀ ਕਿਸਾਨ ਦਾ ਲੱਕ ਤੋੜਾਂਗੇ, ਆਰਥਿਕ ਤੌਰ ਤੇ ਉਹਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਸਾਜ਼ਿਸ਼ ਕੀਤੀ ਗਈ ਹੈ। ਬਿਲਕੁਲ ਜੀ, ਦੇਖੋ ਜਿਹੜਾ MSP ਆ ਨਾ, ਇਹ ਜਿਹੜਾ ਸਰਕਾਰ ਨੇ ਇੰਟਰਨੈਸ਼ਨਲ ਲੈਵਲ ਤੇ ਸੰਧੀ ਹੋਈ ਆ ਜੀ ਇਹਨਾਂ ਦੀ, ਮਤਲਬ ਕਿ MSP ਖਤਮ ਹੀ ਕਰਨਾ ਚਾਹੁੰਦੇ ਹੈਗੇ ਆ। ਇਹ ਬਹਾਨੇਬਾਜ਼ੀ ਆ ਕਿ 11 ਤਰੀਕ ਕਰ ਦਾਂਗੇ, 11 ਨੂੰ ਇਹਨਾਂ ਨੂੰ ਖੁਦ ਪਤਾ ਕਿ 11 ਤੋਂ ਕਿਤੇ ਬਾਸਮਤੀ ਦੀ ਆਉਣੀ ਸ਼ੁਰੂ ਹੋ ਜਾਣੀ ਹੈ ਜੀ। ਹੁਣ ਹਫ਼ਤੇ 10 ਦਿਨਾਂ ਤੱਕ ਬਾਸਮਤੀ ਪੱਕਣ ਵਾਲੀ ਆ ਤੇ ਇਹ ਜਿਹੜਾ ਆਪਣਾ ਜਿਹੜੀ ਪਲਮਨ ਹੁੰਦੀ ਜਿਹੜੀ ਆ ਸਰਕਾਰੀ ਖਰੀਦ ਜਿਹੜੀ ਜਾਂਦੀ, ਇਹ ਤਾਂ ਵੈਸੇ ਹੀ ਖਤਮ ਹੈ ਜੀ। ਇਹ ਤਾਂ ਆਹੀ ਦਾ ਹਫ਼ਤਾ ਇੱਕ ਨਹੀਂ ਰਹਿ ਗਿਆ ਬਸ ਇਹਨਾਂ ਦਾ, ਤੇ ਰਹਿ ਕੀ ਜਾਣਾ ਹੈਗਾ। MSP ਸਿਰਫ ਬਹਾਨਾ ਇਹੀ ਆ, ਬਦਲਾਖੋਰੀ ਦੀ ਹੋ ਰਿਹਾ ਜੀ। ਜਿਹੜੀ ਸਾਡੀ ਸਿਆਸਤਦਾਨ ਜਿਹੜੇ ਹੈਗੇ ਆ, ਜਿਹੜੇ ਜੀ ਸੈਂਟਰ ਲੈਵਲ ਤੇ ਬੈਠੇ ਆ, ਉਹ ਬਦਲੇਖੋਰੀ ਦੇ ਆ ਗਏ ਆ ਕਿਸਾਨ ਦੇ ਨਾਲ। ਤੇ ਉਹ ਕਿਸਾਨ ਕਰੇ ਤੇ ਕਰੇਗੀ ਫਿਰ ਆਤਮ ਹੱਤਿਆ ਕਰੇ ਜੀ, ਹੋਰ ਕੀ ਕਰੇ, ਇੱਥੋਂ ਭੱਜੇ ਦੇਸ਼ ਛੱਡੇ, ਫਿਰ ਹੋਰ ਕੀ ਆ, ਇਹੀ ਕਰ ਸਕਦੇ। ਨਹੀਂ ਤੇ ਫਿਰ ਧਰਨੇ ਦੋ, ਜਿਵੇਂ ਸਾਡੀ ਜਥੇਬੰਦੀਆਂ ਨੂੰ ਇੰਸਟਰਕਸ਼ਨ ਦਿੰਦੀਆਂ ਪਈਆਂ ਹੈਗੀਆਂ, ਇੱਦਾਂ ਅਸੀਂ ਕਰਦੇ ਪਏ ਹੈਗੇ ਆ। ਇਹ ਦੇਖिए युवाओं का ਜਿਹੜਾ ਅੰਦੋਲਨ ਹੈ ਇਹਨੂੰ ਹੋਰ ਤੇਜ਼ ਕਰਨਾ, ਤੀਬਰ ਕਰਨਾ ਆ, ਤਾਂ ਕਿ ਸਰਕਾਰ ਦੇ ਅਸੀਂ ਮੰਗਾਂ ਮਨਾ ਕੇ ਰਹਿਣਾ। ਸਾਡੀ ਇਹ ਜਿੱਦ ਆ ਜੀ, ਜੋ ਮਰਜ਼ੀ ਕਰ ਲੈ ਸਰਕਾਰ, ਅਸੀਂ ਨਹੀਂ ਝੁਕਣ ਵਾਲੇ ਕਿਸੇ ਕੀਮਤ ਤੇ। ਸਾਡੇ ਨਾਲ ਨੇ ਅਮਨਦੀਪ ਸਿੰਘ ਛੀਨਾ ਜੋ ਭਗਤਾਂ ਵਾਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਫਾਰਮਰ ਨੂੰ ਕਿੰਨੀ ਜ਼ਿਆਦਾ ਮੁਸ਼ਕਿਲ ਆ ਰਹੀ, ਜਿਹੜੀ ਕਿ ਸੈਂਟਰ ਗਵਰਨਮੈਂਟ ਵੱਲੋਂ 10 ਦਿਨ ਝੋਨੇ ਦੀ ਖਰੀਦ ਦੇਰੀ ਨਾਲ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ। ਦੱਸੋ ਅਮਨਦੀਪ ਜੀ, ਕਿੰਨਾ ਛੀਨਾ ਸਾਹਿਬ ਲੋਕਾਂ ਨੂੰ ਜਿਹੜੀ ਮੁਸ਼ਕਿਲ ਆ ਰਹੀ ਫਾਰਮਰ, ਕਿਉਂਕਿ ਜ਼ਿਆਦਾਤਰ ਜਿਹੜਾ ਫਾਰਮਰ ਆ ਉਹ 2 4 5 ਕਿੱਲੇ ਦਾ ਹੀ ਮਾਲਕ ਹੈ। ਅਸੀਂ ਦੇਖ ਰਹੇ ਹਾਂ ਵੀ ਢੇਰੀਆਂ ਲੱਗੀਆਂ ਹੋਈਆਂ ਮੰਡੀਆਂ ਦੇ ਵਿੱਚ ਤੇ ਉਹ ਵਿਚਾਰਾ ਕੀ ਗੱਲ 10 ਦਿਨ ਇੰਤਜ਼ਾਰ ਕਰ ਸਕੂਗਾ? ਨਹੀਂ ਜੀ, ਬਿਲਕੁਲ ਇਹ ਜਿਹੜਾ ਸੈਂਟਰ ਸਰਕਾਰ ਨੇ ਫੈਸਲਾ ਥੋਪਿਆ ਬਿਲਕੁਲ ਸਰਾਸਰ ਗਲਤ ਆ। ਕਿੱਥੇ ਹੁਣ ਕਿਸਾਨ ਪਹਿਲਾਂ ਹੀ ਉਡੀਕ ਰਿਹਾ ਸੀ 1 ਅਕਤੂਬਰ ਨੂੰ, ਹਰ ਸਾਲ ਜਿਹੜੀ 1 ਅਕਤੂਬਰ ਨੂੰ ਖਰੀਦ ਹੁੰਦੀ ਆ, ਤੇ ਉਹ ਵੇਟ ਕਰ ਰਿਹਾ ਸੀ ਵੀ ਮੈਂ 1 ਅਕਤੂਬਰ ਨੂੰ ਆਪਣੀ ਜਿਹੜੀ ਫਸਲ ਮੰਡੀ ਦੇ ਵਿੱਚ ਲੈ ਕੇ ਜਾਣੀ ਆ। ਇਹਨਾਂ ਨੇ 10 ਦਿਨ ਜਿਹੜੇ ਉੱਪਰ 11 ਤਰੀਕ ਦੀ ਜਿਹੜੀ ਅਲੌਸਮੈਂਟ ਕਰ ਦਿੱਤੀ ਆ ਵੀ 11 ਨੂੰ ਪਰਚੇਜ ਹੋਊਗੀ। 11 ਨੂੰ ਕਿੱਥੇ ਕਿਸਾਨ ਕੋਈ ਸਾਧਨ ਹੈਗਾ ਜਿਹੜਾ ਉਹ ਆਪਣੇ ਘਰ 'ਚ ਫਸਲ ਨੂੰ ਸਾਂਭ ਸਕੇ, ਜਾਂ ਕੋਈ ਮੰਡੀਆਂ ਦੇ ਵਿੱਚ ਐਸਾ ਸਾਧਨ ਹੈਗਾ ਜਿੱਥੇ ਉਹ ਆਪਣੀ ਫਸਲ 11 ਦਿਨ ਰੱਖ ਛੱਡੇ। ਇਹ ਸੈਂਟਰ ਦਾ ਜਿਹੜਾ ਬਿਲਕੁਲ ਜਿਹੜਾ ਗਲਤ ਰਵੱਈਆ ਵਾ, ਸਖਤ ਰਵੱਈਆ ਵਾ, ਇਹਨੂੰ ਇਸ ਫੈਸਲੇ ਨੂੰ ਵਾਪਸ ਲੈ ਕੇ ਜਿਹੜੀ ਪਰਚੇਜ ਆ ਕਿਸਾਨ ਦੀ ਅੱਜ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਅੱਛਾ ਦੇਖੋ ਛੀਨਾ ਸਾਹਿਬ, ਵੇਖਿਆ ਵੀ ਢੇਰਾਂ ਦੇ ਢੇਰ ਲੱਗੇ ਮੰਡੀ ਦੇ ਵਿੱਚ, ਜਿਹੜਾ ਮੀਂਹ ਆ ਜਾਂਦਾ ਹੈ। ਇੱਕ ਤਾਂ ਪਹਿਲੇ ਸਰਕਾਰ ਨੇ ਫਰਮਾਨ ਜਾਰੀ ਕੀਤਾ ਵੀ 17% ਜੇ ਮੋਇਸਚਰ ਹੋਏਗਾ ਨਮੀ ਹੋਏਗੀ ਨਹੀਂ ਖਰੀਦਾਂਗੇ, ਤੇ ਇਹਦਾ ਜ਼ਿੰਮੇਦਾਰ ਕੌਣ ਹੈ? ਹੁਣ ਫਾਰਮਰ ਜਿਹੜਾ ਇੱਕ ਵਾਰੀ ਲਾਇਆ, ਜਿਹਨੇ ਇੱਕ ਵਾਰੀ ਕਿਰਾਇਆ ਭਾੜਾ ਖਰਚਿਆ ਇੱਥੇ ਆਉਣ ਤੱਕ, ਉਹਨੂੰ ਫਿਰ ਵਾਪਸ ਲੈ ਕੇ ਜਾਵੇ, ਫਿਰ ਉੱਥੇ ਤਾਰੇ, ਫਿਰ ਵਾਪਸ ਲੈ ਕੇ ਆਵੇ ਇੱਥੇ। ਵੇਖੋ ਜੀ, ਜਿਹੜੀ ਮੌਸਮ ਦੀ ਗੱਲ ਹੈ ਨਾ, ਉਹਦੇ ਤੇ ਕਿਸੇ ਦਾ ਕੰਟਰੋਲ ਨਹੀਂ ਹੈਗਾ। ਰਹਿ ਗਈ ਗੱਲ ਜਿਹੜੀ ਆ ਫਾਰਮਰ ਨੂੰ ਜਿਹੜਾ ਮੰਡੀ ਦੇ ਵਿੱਚ ਲੈ ਕੇ ਆਉਂਦਾ ਵਾ, ਉਹ ਆਪਣਾ ਸਾਧਨ ਆੜਤੀ ਨੇ ਵੀ ਕੀਤਾ ਵਾ, ਉਹਨੂੰ ਉਦੋਂ ਢੱਕ ਲੈਂਦਾ ਵਾ। ਕੁਛ ਸਾਡੀ ਮੰਡੀ ਦੇ ਵਿੱਚ ਸ਼ੈੱਡ ਹੈਗੇ ਆ, ਉਹ ਮਤਲਬ ਜੇ ਮੰਨ ਲਓ ਕਿ ਥੋੜੀ ਗਿੱਲੀ ਵੀ ਹੁੰਦੀ ਆ ਤੇ ਉਹਨੂੰ ਦੁਬਾਰਾ ਪੱਖੇ ਲਾ ਕੇ ਸਰਕਾਰ ਦੇ 17 ਮੋਇਸਚਰ ਦੇ ਵਿੱਚ ਤਿਆਰ ਹੋ ਜਾਂਦੀ ਆ। ਇਹ ਮਤਲਬ ਸਰਕਾਰ ਦਾ ਬਿਲਕੁਲ ਗਲਤ ਰਵੱਈਆ ਵਾ। ਇਹ ਜਿਹੜੀ ਫਸਲ ਆ, ਇਹ ਜਿਸ ਤਰ੍ਹਾਂ ਕਿਸਾਨ ਲੈ ਕੇ ਆਉਂਦਾ ਉਹਦੀ ਪਰਚੇਜ ਜਿਹੜੀ ਉਸੇ ਦਿਨ ਹੋਣੀ ਚਾਹੀਦੀ ਹੈ। ਅੱਛਾ ਜੀ ਸਾਹਿਬ, ਤੁਹਾਨੂੰ ਲੱਗਦਾ ਨਹੀਂ ਵੀ ਇੱਕ ਤਾਂ ਪਹਿਲਾਂ ਹੀ ਫਾਰਮਰ ਜਿਹੜਾ ਕਰਜ਼ੇ ਥੱਲੇ ਦੱਬਿਆ ਕੈਸ਼ ਕੀ, ਕਿਉਂਕਿ ਕਿਸਾਨ ਅੰਦੋਲਨ ਚ ਕਰ ਰਿਹਾ ਦਿੱਲੀ ਦੀਆਂ ਸੀਮਾ ਦੇ ਬਾਹਰ, ਉਹਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਵਾਸਤੇ ਸਰਕਾਰ ਨੇ ਇਹ ਫਰਮਾਨ ਜਾਰੀ ਕੀਤਾ? ਇਹ ਬਿਲਕੁਲ ਜਿਹੜਾ ਸੈਂਟਰ ਸਰਕਾਰ ਕਰ ਰਹੀ ਹੈ, ਸਿਰਫ ਇਹ ਜਿਹੜਾ ਕਿਸਾਨ ਅੰਦੋਲਨ ਕਰ ਰਿਹਾ ਇਹੀ ਤਾਂ ਸਮਝੇ ਤਾਂ ਉਹਦੇ ਕਰਕੇ ਜਿਹੜਾ ਉਹਨੂੰ ਇਸ ਪੱਖ ਚ ਲਾ ਰਹੀ। ਨਹੀਂ ਤਾਂ 10 ਦਿਨ ਜਿਹੜੀ ਪਰਚੇਜ ਅੱਗੇ ਖੜਨ ਦਾ ਕੀ ਕਾਰਨ ਦੱਸੋ ਜੀ? ਉਹ ਕਹਿੰਦੇ ਆ ਜੀ ਬਰਸਾਤ ਦਾ ਹੈਗਾ ਮੌਸਮ, ਤੇ ਇਸ ਚੀਜ਼ ਦੀ ਕੀ ਗਰੰਟੀ ਹੈ 11 ਨੂੰ ਬਰਸਾਤ ਨਹੀਂ ਹੋਊਗੀ? 11 ਨੂੰ ਵੀ ਬਰਸਾਤ ਹੋ ਸਕਦੀ ਹੈ। ਤੇ ਇਹ ਜਿਹੜਾ ਸੈਂਟਰ ਦਾ ਫੈਸਲਾ ਬਿਲਕੁਲ ਗਲਤ ਹੈ। ਜਿਹੜਾ ਸਾਹਿਬ, ਇੱਕ ਜਿਵੇਂ ਸਾਰੀਆਂ ਪਾਰਟੀਆਂ ਕਹਿੰਦੀਆਂ ਜਦੋਂ ਤੱਕ ਚੋਣਾਂ ਆ ਗਈਆਂ, ਹਰ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੀ ਹਮਾਇਤੀਆਂ। ਹੁਣ 10 ਦਿਨ ਕੇਂਦਰ ਸਰਕਾਰ ਨੇ ਲੇਟ ਕਰਤੀ ਹੈ ਜਿਹੜੀ ਇਹਨਾਂ ਦੀ ਖਰੀਦ। ਕੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸੈਂਟਰ ਗਵਰਨਮੈਂਟ ਕੋਲ ਜਾਣਗੀਆਂ, ਪ੍ਰਧਾਨ ਮੰਤਰੀ ਕੋਲ ਜਾਣਗੀਆਂ ਵੀ ਤੁਸੀਂ ਫਾਰਮਰਾਂ ਨਾਲ ਇਹ ਧੱਕਾ ਕੀਤਾ, ਕਿ ਸਿਰਫ ਸਿਆਸੀ ਰੋਟੀਆਂ ਸੇਕਣਗੀਆਂ ਆਪਣੀਆਂ? ਜਿਹੜਾ ਤੁਸੀਂ ਇਹਨਾਂ ਬਾਰੇ ਸਿਆਸੀ ਲੋਕਾਂ ਬਾਰੇ ਗੱਲ ਕਰਦੇ, ਮੈਂ ਉਹਨਾਂ ਬਾਰੇ ਨਹੀਂ ਗੱਲ ਕਰਨੀ ਚਾਹੁੰਦਾ। ਟੀਵੀ ਤੇ ਵੇਖਦੇ ਰਹੀਦਾ, ਉਹ ਸਿਰਫ ਆਪਣੀ ਸਿਆਸਤ ਤੱਕ ਸੀਮਿਤ ਆ, ਉਹ ਕਿਸਾਨ ਦੇ ਨਾਲ ਨਹੀਂ ਹੈਗੇ। ਤੇ ਤੁਸੀਂ ਕੁਝ ਹੋਰ ਕਹਿਣਾ ਚਾਹੋ? ਬਸ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡਾ ਪੰਜਾਬ ਦਾ ਕਿਸਾਨ ਤੇ ਪਹਿਲਾਂ ਹੀ ਜਿਹੜਾ ਬੜਾ ਕਮਜ਼ੋਰ ਆ, ਦੱਬਿਆ ਹੋਇਆ, ਤੇ ਉਹਦੀ ਹੁਣ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਹੈ, ਜਿਸ ਤਰ੍ਹਾਂ ਹਰ ਸਾਲ ਉਹਨਾਂ ਦੀ 1 ਅਕਤੂਬਰ ਤੋਂ ਪਰਚੇਜ ਸ਼ੁਰੂ ਹੁੰਦੀ ਆ, ਉਸੇ ਤਰ੍ਹਾਂ ਉਹਨਾਂ ਦੀ ਪਰਚੇਜ ਕਰਕੇ ਸ਼ੁਰੂ ਤੇ ਜਿਹੜੀ ਆ ਉਹਨਾਂ ਦੀ फसल ਜਿਹੜੀ ਆ सरकारी रेट पे खरीदी जाए। ये देखिए अमनदीप सिन्हा का कहना है कि सरकार जानबूझकर किसान को परेशान करना चाह रही है, नेता अपनी राजनीतिक रोटियां सेक रहे हैं। क्या वो एकजुट होकर सेंटर सरकार पर दबाव नहीं डाल सकते थे? क्योंकि सबसे ज़्यादा जो प्रभावित होंगे किसान वो पंजाब के और हरियाणा के होंगे। फिर किसान जथेबंदियां जब आंदोलन करती हैं तो फिर उन्हें कोसा जाता है। हमें हमारी भी सरकार से दरखास्त है, छोटा किसान है,
अपने बच्चों की तरह फसल को पालता है, वो मंडी में आ पहुंचा है, उसे ये उम्मीद है कि उसकी फसल जो है खरीद ली जाएगी। लेकिन 1960 रुपये जो रेट तय हुआ है, कुछ लोग यहाँ पर आए हुए हैं, किसानों से हमारी बात हुई, उनका कहना है कि हम 1400 रुपये में भी अपनी फसल बेचने को तैयार हैं, क्योंकि हम मजबूर हैं, पैसे की ज़रूरत है। आखिरकार हम जाएं तो जाएं कहाँ? आखिरकार सरकारें किसानों को मारने पर क्यों तुली हुई हैं? इस पर सरकारों को भी मंथन करना होगा। नेता वैसे तो कहते हैं हम किसानों के साथ हैं, लेकिन यहाँ पर जो हालत किसान की देख रहे हैं हम, इससे कहीं नहीं लगता कि नेता इनको समर्थन कर रहे हैं। अमृतसर से D4 न्यूज़ के लिए दीपक भंडारी की खास रिपोर्ट।